ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਦੀ ਲਾਅ ਆਫ ਰੈਸਿਪਰੋਕਲ ਪ੍ਰਪੋਰਸ਼ਨ ਔਰ ਲਾਅ ਆਫ ਇਕੁਇਵਲੈਂਟ weight। ਠੀਕ ਹੈ, ਅਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕੁਝ ਲॉज ਕੀਤੇ ਸੀਗੇ, ਹੋਰ ਵੀ ਅਸੀਂ ਜਿਹੜੇ ਕਲਾਸ 11th ਫਸਟ ਚੈਪਟਰ ਆਫ ਕੈਮਿਸਟਰੀ ਦੈਟ ਇਜ਼ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ ਉਹਦੇ ਕੁਝ ਟੌਪਿਕਸ ਅਸੀਂ ਕਰ ਚੁੱਕੇ ਹਾਂ। ਅਸੀਂ ਹੁਣ ਲॉज ਕਰ ਰਹੇ ਹਾਂ, ਲॉज ਜਿਹੜੇ ਲੈਸਨ ਦੇ ਵਿੱਚ ਦਿੱਤੇ ਹੋਏ ਨੇ। ਸੋ ਅੱਜ ਦਾ ਸਾਡਾ ਲਾਅ ਹੈ ਦੀ ਲਾਅ ਆਫ ਰੈਸਿਪਰੋਕਲ ਪ੍ਰਪੋਰਸ਼ਨ। ਇਸ ਲਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਲॉज ਦਿੱਤੇ ਹੋਏ ਨੇ ਉਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਦ ਨੇਮ ਆਫ ਆਵਰ ਲਾਅ ਇਜ਼ ਦ ਲਾਅ ਆਫ ਰੈਸਿਪਰੋਕਲ ਪ੍ਰਪੋਰਸ਼ਨ। ਇਹ ਵੀ ਯਾਦ ਰੱਖਣਾ ਹੈ ਕਿ ਦਿੱਤਾ ਕਿਹਨੇ, ਦਿਸ ਇਜ਼ ਗਿਵਨ ਬਾਈ ਰਿਚਟਰ। ਠੀਕ ਆ, ਐਗਜ਼ਾਮ ਦੇ ਵਿੱਚ 1 ਮਾਰਕਸ ਲਈ ਕੁਐਸਚਨ ਆ ਸਕਦਾ ਆ। ਠੀਕ ਹੈ, ਕਿ ਜਿਹੜਾ ਰੈਸਿਪਰੋਕਲ ਪ੍ਰਪੋਰਸ਼ਨ ਹੈ ਉਹ ਕਿਹਨੇ ਦਿੱਤਾ। ਸੋ ਇਟ ਇਜ਼ ਗਿਵਨ ਬਾਈ ਰਿਚਟਰ, ਯਾਦ ਰੱਖਣਾ ਆ। ਸੋ ਹੁਣ ਆਉਂਦੇ ਇਹਦੀ ਸਟੇਟਮੈਂਟ ਤੇ। ਇਹਦੀ ਸਟੇਟਮੈਂਟ ਪੜ੍ਹ ਕੇ ਬਹੁਤ ਸਾਰੇ ਬੱਚਿਆਂ ਨੂੰ ਸਮਝ ਨਹੀਂ ਲੱਗਦੀ ਕਿਉਂਕਿ ਇਹਨਾਂ ਲॉज ਨੂੰ ਪ੍ਰੈਕਟੀਕਲੀ ਸਮਝਣਾ ਜ਼ਰੂਰੀ ਹੈ। ਮਤਲਬ ਕਿ ਤੁਸੀਂ ਸਟੇਟਮੈਂਟ ਪੜ੍ਹ ਕੇ ਤੁਹਾਨੂੰ ਕੁਝ ਜ਼ਿਆਦਾ ਸਮਝ ਨਹੀਂ ਆਏਗਾ। ਸੋ ਇੱਕ ਵਾਰੀ ਅਸੀਂ ਸਟੇਟਮੈਂਟ ਪੜ੍ਹ ਲੈਂਦੇ ਹਾਂ, ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਲਾਅ ਕੀ ਹੈ। ਹਾਂਜੀ, ਸਟੇਟਮੈਂਟ ਹੈ the ratio of weights of two element A and B which combine separately with a fixed weight of third element C is either same or simple ratio of the weight in which A and B combine with each other। ਇਹਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਆ। ਸੋ ਪਹਿਲੇ ਅਸੀਂ ਸਮਝ ਲੈਂਦੇ ਹਾਂ ਕਿ ਲਾਅ ਕਹਿੰਦਾ ਕੀ ਆ। ਸੋ ਸਪੋਜ਼ ਕਰੋ ਕਿ ਇੱਥੇ ਸਾਡੇ ਕੋਲ ਦੋ ਐਲੀਮੈਂਟਸ ਨੇ। ਫਸਟ ਇਜ਼ A combined with B। so A element की बनाएगा that is made A और B, right? A elements ने आपस में combine हुए, उन्होंने A B बनाया। ठीक है, so एक और ऐसी element लेने हैं that is C that combined with also B। ठीक है, और A ने जड़ा साडा compound बनाया that is C और B। सो स्टूडेंट इन्हां दे विच हुण असीं इन्हां दा वेट इन्हां नूं देण जा रहे हां। सो सपोज करो कि एक्स दा जिहड़ा वेट है ना वो एक्स ग्राम है, सॉरी ए दा जिहड़ा वेट है वो एक्स ग्राम है एंड बी दा वेट हैगा आ वाई ग्राम। सो जिहड़ा ए बी कंपाउंड बनेगा उहदा रेशियो की होएगा दैट इज एक्स रेशियो वाई। ठीक है, एंड सी नूं असीं जिहड़ा मास वेट दिंदे आ वो असीं दिंदे आ Z ग्राम और B सेम है, इस करके ये वाई ग्राम ही आएगा। ठीक है स्टूडेंट, ये असीं तीन जिहड़े एलीमेंट वो लए ने। सब तो पहले असीं A और B लिया जिन्होंने A B बनाया, C और B लिया जिन्होंने C B बनाया। ठीक है, सो जिहड़ा इस कंपाउंड का रेशियो होएगा वो की होएगा दैट इज Z रेशियो Y। सो स्टूडेंट इहदे विच करना की है, ਹੁਣ ਅਸੀਂ ਜਿਹੜਾ ਰੈਸਿਪਰੋਕਲ ਪ੍ਰਪੋਰਸ਼ਨ ਕਹਿੰਦਾ ਆ ਕਿ ਜਿਹੜਾ A ਔਰ C ਹੋਏਗਾ ਨਾ, A ਔਰ C ਉਹਨਾਂ ਦੋਨਾਂ ਦਾ ਜਿਹੜਾ ਰੇਸ਼ੀਓ ਹੋਏਗਾ ਉਹ ਸੇਮ ਹੋਏਗਾ ਜਿਹੜਾ ਸਾਨੂੰ ਐਲੀਮੈਂਟ ਕੰਪਾਊਂਡ ਦਿੱਤਾ ਹੋਏਗਾ। ਠੀਕ ਆ, ਉਹਦੇ ਜਾਂ ਫਿਰ ਉਹ ਹੋਲ ਨੰਬਰ ਦੀ ਫਾਰਮ, ਸਿੰਪਲ ਹੋਲ ਨੰਬਰ ਦੀ ਫਾਰਮ ਦੇ ਵਿੱਚ ਹੋਏਗਾ। ਹੁਣ ਅਸੀਂ ਇਹਦਾ ਰੇਸ਼ੀਓ ਕੱਢਦੇ ਹਾਂ A ਰੇਸ਼ੀਓ C। ਤੁਸੀਂ ਦੇਖ ਸਕਦੇ ਹੋ ਜਦੋਂ ਅਸੀਂ ਇਹਨਾਂ ਦੋਨਾਂ ਦਾ ਰੇਸ਼ੀਓ ਕੱਢਦੇ ਹਾਂ ਕੀ ਆਏਗਾ ਇਹਨਾਂ ਦਾ ਰੇਸ਼ੀਓ दैट इज x ਰੇਸ਼ੀਓ z। ਸੋ ਇਹ ਜਿਹੜਾ ਸਾਡੇ ਕੋਲ ਇਹਨਾਂ ਦਾ ਰੇਸ਼ੀਓ ਆ ਗਿਆ। ਠੀਕ ਆ, ਇਹੀ ਜਿਹੜਾ ਲਾਅ ਕਹਿੰਦਾ ਹੈ ਕਿ ਜਿਹੜਾ ਫਿਕਸਡ ਰੇਸ਼ੀਓ ਹੈ ਨਾ, ਹੁਣ B ਦੇ ਵਿੱਚ ਦੇਖੋ ਇੱਥੇ ਵੀ y ਗ੍ਰਾਮ ਹੈ ਇੱਥੇ ਵੀ y ਗ੍ਰਾਮ, ਇਹ ਫਿਕਸਡ ਹੈ। ਸੋ ਇਹਨੂੰ ਨਹੀਂ ਕਹਿਣਾ ਜਿਹੜਾ ਫਿਕਸਡ ਨਹੀਂ ਹੈ। ਠੀਕ ਆ, ਉਹਦਾ ਜਿਹੜਾ ਥਰਡ ਐਲੀਮੈਂਟ ਹੈ ਉਹਦੇ ਨਾਲ ਜਦੋਂ ਅਸੀਂ ਰੇਸ਼ੀਓ ਫਾइंड आउट करना ਆ ਤਾਂ ਇਹ ਜਿਹੜਾ ਸਾਡਾ ਗਿਵਨ ਸਾਨੂੰ ਐਲੀਮੈਂਟ ਹੈ ਉਹਦੇ ਰੇਸ਼ੀਓ ਦੇ ਬਰਾਬਰ ਹੋਏਗਾ। ਠੀਕ ਆ, ਤੁਹਾਨੂੰ ਮੈਂ ਇੱਥੇ ਲਾਈਨ ਪੜ੍ਹਾ ਦਿੰਦਾ ਹੈ, ਦੇਖੋ ਸੇਮ ਜਾਂ ਉਹਦੇ ਸੇਮ ਹੋਏਗਾ ਔਰ ਸਿੰਪਲ ਰੇਸ਼ੀਓ ਜਾਂ ਫਿਰ ਉਹ ਸਿੰਪਲ ਰੇਸ਼ੀਓ ਦੀ ਫਾਰਮ ਦੇ ਵਿੱਚ ਹੋਏਗਾ। ਇਹੀ ਸਾਡਾ ਲਾਅ ਕਹਿੰਦਾ ਆ। ਜੇ ਤੁਹਾਨੂੰ ਇਹ ਚੀਜ਼ ਸਮਝ ਆ ਗਈ ਆ ਦੈਨ ਤੁਹਾਨੂੰ ਜਿਹੜਾ ਦ ਲਾਅ ਆਫ ਰੈਸਿਪਰੋਕਲ ਪ੍ਰਪੋਰਸ਼ਨ ਹੈ ਉਹ ਸਮਝ ਆ ਚੁੱਕਾ ਆ। ठीक है, मैं एक बार दोबारा रिपीट कर देना आ जिन्होंने बच्चों नहीं समझ लगी। ठीक है, उन्होंने सो देखो साढ़े कोल तीन एलीमेंट्स ने। सब तो पहले असीं एलीमेंट A और एलीमेंट B लैंदे आ। ठीक है स्टूडेंट, एलीमेंट A और एलीमेंट B लैंदे आ। जदों असीं इन्हां नूं कंबाइन किया तां इन्हां ने की बनाया साढ़े कोल
इन्होंने एक कंपाउंड बनाया दैट इज AB, ठीक है। A का मास हैगा आ X ग्राम और Y का है B का हैगा आ Y ग्राम। सो जिहड़ा AB साडा कंपाउंड बनिया आ ਇਹਦਾ ਜਿਹੜਾ ਰੇਸ਼ੀਓ ਹੋਏਗਾ ਕਿੰਨਾ ਹੋਏਗਾ X ਰੇਸ਼ੀਓ Y, ਇਹਨਾਂ ਦੋਨਾਂ ਦਾ weight, ਠੀਕ ਆ। ਉਹ ਤੋਂ ਇਲਾਵਾ ਅਸੀਂ ਇੱਕ ਹੋਰ ਐਲੀਮੈਂਟ ਲਿਆ C, ਠੀਕ ਆ, ਜਿਹਨੂੰ ਅਸੀਂ ਫਿਰ B ਦੇ ਨਾਲ ਕੰਬਾਈਨ ਕੀਤਾ, ਠੀਕ ਆ। B ਦੇ ਨਾਲ ਅਸੀਂ ਇਹਨੂੰ ਕੰਬਾਈਨ ਕੀਤਾ, ਇਹਨੇ ਬਣਾਇਆ C ਔਰ B, ਠੀਕ ਆ। C ਦਾ Y ਜਿਹੜਾ ਮਾਸ ਹੈਗਾ दैट इज Z ग्राम एंड B ਦਾ ਮਾਸ ਜਿਹੜਾ ਫਿਕਸਡ ਹੈ Y ਇੱਥੇ Y ਇੱਥੇ, ਸੋ ਇੱਥੇ Y ਆਏਗਾ। ਸੋ ਜਿਹੜਾ CB ਦਾ ਜਿਹੜਾ CB ਕੰਪਾਊਂਡ ਹੈ ਉਹਦਾ ਜਿਹੜਾ ਮਾਸ ਦਾ ਰੇਸ਼ੀਓ ਹੋਏਗਾ ਕਿੰਨਾ ਹੋਏਗਾ Z ਰੇਸ਼ੀਓ Y। ਸੋ ਸਟੂਡੈਂਟ ਲੋ ਕਹਿੰਦਾ ਆ ਕਿ ਜਿਹੜਾ ਤਾਂ ਫਿਕਸਡ ਹੈ, ਹੁਣ B ਦਾ weight ਕਿੰਨਾ ਹੈ Y ग्राम, इधर भी B ਦਾ weight Y ग्राम ਹੈ, ਦੋਨਾਂ ਦੇ ਵਿੱਚ ਜਿਹੜਾ ਫਿਕਸ ਹੈ B ਕੀ ਹੈ ਫਿਕਸਡ ਹੈ, ਬਟ ਜਿਹੜਾ ਫਿਕਸ ਨਹੀਂ ਹੈ ਕੀ ਫਿਕਸ ਨਹੀਂ ਹੈ A ਔਰ C। ਇਹੀ ਲੋਕ ਕਹਿੰਦਾ ਹੈ ਕਿ ਜਿਹੜਾ A ਔਰ C ਹੈ ਨਾ ਉਹ ਹਮੇਸ਼ਾ ਹੀ ਸੇਮ ਰੇਸ਼ੀਓ ਦੇ ਵਿੱਚ ਹੋਏਗਾ ਜਾਂ ਫਿਰ ਉਹ ਜਿਹੜਾ ਹੈਗਾ ਆ ਉਹ ਸਿੰਪਲ ਰੇਸ਼ੀਓ ਦੀ ਫਾਰਮ ਦੇ ਵਿੱਚ ਹੋਏਗਾ। ਸਿੰਪਲ ਰੇਸ਼ੀਓ ਦਾ ਕੀ ਮਤਲਬ ਹੈ ਜਿੱਦਾਂ 1:2 2:1 ਇਹਦੀ ਫਾਰਮ ਦੇ ਵਿੱਚ ਹੋਏਗਾ ਹਮੇਸ਼ਾ ਹੀ। ਅਸੀਂ ਇਹਨੂੰ ਇੱਕ ਐਗਜ਼ਾਮਪਲ ਨਾਲ ਸਮਝ ਲੈਂਦੇ ਆ। ਇੱਥੇ ਅਸੀਂ ਐਗਜ਼ਾਮਪਲ ਲਈ ਆ दैट इज CH4 ਦੀ ਅਸੀਂ ਇੱਕ ਐਗਜ਼ਾਮਪਲ ਲਈ ਆ। ਸੋ ਠੀਕ ਹੈ, ਜਦੋਂ CH4 ਦਾ ਅਸੀਂ ਰੇਸ਼ੀਓ ਨਿਕਾਲਦੇ ਆ ਉਹ ਰੇਸ਼ੀਓ ਕਿੰਨਾ ਆਉਂਦਾ ਹੈ दैट इज 3:1, ਠੀਕ ਆ। CH4 ਦਾ ਜਿਹੜਾ ਰੇਸ਼ੀਓ ਆ ਉਹ ਕਿੰਨਾ ਆ ਰਿਹਾ ਸਾਡਾ दैट इज 3:1, ਠੀਕ ਹੈ ਸਟੂਡੈਂਟ। ਔਰ C ਹੁਣ ਅਸੀਂ ਇੱਕ ਥਰਡ ਐਲੀਮੈਂਟ ਲੈਣਾ ਹੈ दैट इज ਅਸੀਂ ਇੱਥੇ O ਲਿਆ ਆ, ਠੀਕ ਹੈ, दैट इज ਆਕਸੀਜਨ। ਜਦੋਂ C ਆਕਸੀਜਨ ਨਾਲ ਕੰਬਾਈਨ ਕਰਦਾ ਹੈ ਤਾਂ ਕੀ ਬਣਾਉਂਦਾ ਹੈ दैट इज ਮੇਕ ਇਹ ਬਣਾਏਗਾ CO2 दैट इज ਕਾਰਬਨ ਡਾਈਆਕਸਾਈਡ, ਠੀਕ ਆ। और H ਜਦੋਂ ਅਸੀਂ O ਨਾਲ ਕੰਬਾਈਨ ਕਰਦੇ ਹਾਂ ਤਾਂ ਇਹ ਕੀ ਬਣਾਏਗਾ H2O, ਠੀਕ ਆ। ਅਸੀਂ ਇਹੀ ਗੱਲ ਕਹੀ ਆ ਪਿੱਛੇ ਵੀ, ਠੀਕ ਆ। ਇਹਨਾਂ ਦੋਨਾਂ ਨੂੰ ਜਦੋਂ ਅਸੀਂ ਥਰਡ ਐਲੀਮੈਂਟ ਦੇ ਨਾਲ ਕੰਬਾਈਨ ਕੀਤਾ ਨਾ ਤਾਂ ਤੁਸੀਂ ਦੇਖੋ ਕਿ ਇੱਥੇ ਕੀ ਬਣੇਗਾ। ਜਦੋਂ ਅਸੀਂ ਨਾ ਐਲੀਮੈਂਟਸ ਦਾ ਜਿਹੜੇ ਕੰਪਾਊਂਡ ਨਵੇਂ ਬਣੇ ਨੇ ਅਸੀਂ ਉਹਨਾਂ ਦਾ ਰੇਸ਼ੀਓ ਨਿਕਾਲਾਂਗੇ, ਠੀਕ ਹੈ। ਉਹ ਰੇਸ਼ੀਓ ਜਿਹੜਾ ਤਾਂ ਸੇਮ ਹੋਏਗਾ ਉਹਨੂੰ ਨਹੀਂ ਲੈਣਾ, ਜਿਹੜਾ ਫਿਕਸ ਰੇਸ਼ੀਓ ਹੋਏਗਾ ਉਹਨੂੰ ਨਹੀਂ ਲੈਣਾ, ਜਿਹੜਾ ਫਿਕਸ ਨਹੀਂ ਹੋਏਗਾ ਉਹਨਾਂ ਦੋਨਾਂ ਦਾ ਰੇਸ਼ੀਓ ਕੀ ਹੋਏਗਾ ਦਿੱਤੇ ਗਏ ਕੰਪਾਊਂਡ ਦੇ ਰੇਸ਼ੀਓ ਦੇ ਸੇਮ ਹੋਏਗਾ ਜਾਂ ਸਿੰਪਲ ਰੇਸ਼ੀਓ ਦੀ ਫਾਰਮ ਦੇ ਵਿੱਚ ਹੋਏਗਾ। ਸੋ ਇਹਨਾਂ ਦੋ ਕੰਪਾਊਂਡ ਬਣੇ ਸਾਡੇ ਨਵੇਂ दैट इज CO2 ਐਂਡ H2O, ਠੀਕ ਆ। ਇਹਦੇ ਨਾਲ ਜਦੋਂ ਅਸੀਂ ਕੰਬਾਈਨ ਕੀਤਾ ਤੁਹਾਡੇ ਦੋ ਕੰਪਾਊਂਡ ਬਣੇ। ਹੁਣ ਜਦੋਂ ਅਸੀਂ ਇਹਦਾ ਰੇਸ਼ੀਓ ਨਿਕਾਲਦੇ ਹਾਂ ਕਿੰਨਾ ਆਉਂਦਾ ਹੈ दैट इज 3:8। ਜਦੋਂ ਅਸੀਂ H2O ਦਾ ਰੇਸ਼ੀਓ ਨਿਕਾਲਦੇ ਹਾਂ ਕਿੰਨਾ ਆਉਂਦਾ 1:8, ਠੀਕ ਆ। ਇਹਦੇ ਵਿੱਚ ਤੁਸੀਂ ਦੇਖੋ 8 ਇੱਧਰ ਵੀ 8 ਹੈ ਔਰ ਇੱਧਰ ਵੀ 8 ਹੈ, ਠੀਕ ਆ। ਆਕਸੀਜਨ ਦਾ ਜਿਹੜਾ ਰੇਸ਼ੀਓ ਹੈਗਾ ਹੈ ਨਾ ਉਹ ਇੱਧਰ ਵੀ ਸੇਮ ਹੈ ਔਰ ਇੱਧਰ ਵੀ ਸੇਮ ਹੈ, ਠੀਕ ਹੈ ਸਟੂਡੈਂਟ। ਬਟ ਜਿਹੜਾ H ਔਰ C ਹੈ ਹੁਣ ਤੁਸੀਂ ਦੇਖੋ ਇਹਦਾ ਕਿੰਨਾ 3 ਇੱਧਰ ਇਹਦਾ ਕੀ 1, ਇਹ ਕੀ ਹੈ ਡਿਫਰੈਂਟ ਹੈ, ਇਹ ਫਿਕਸ ਨਹੀਂ ਹੈ। ਇਸ ਕਰਕੇ ਜਿਹੜਾ ਇਹਦਾ ਰੇਸ਼ੀਓ ਹੋਏਗਾ ਕਿੰਨਾ ਆਏਗਾ दैट इज 3:1। ਇਹ ਜਿਹੜਾ ਰੇਸ਼ੀਓ ਹੈਗਾ ਆ ਇਹ ਸਾਡੇ ਦਿੱਤੇ ਗਏ ਕੰਪਾਊਂਡ ਦੇ ਰੇਸ਼ੀਓ ਦੇ ਬਰਾਬਰ ਹੈ, ਠੀਕ ਆ। ਇਸ ਕਰਕੇ ਸਾਡਾ ਜਿਹੜਾ ਲਾਅ ਰੈਸੀਪ੍ਰੋਕਲ ਪ੍ਰਪੋਰਸ਼ਨ ਹੈਗਾ ਆ ਉਹ ਪ੍ਰੂਵ ਹੁੰਦਾ ਆ, ਠੀਕ ਹੈ ਸਟੂਡੈਂਟ। ਸੋ ਇਹ ਲਾਅ ਦੀ ਜਿਹੜੀ ਸਟੇਟਮੈਂਟ ਹੈ ਆ ਸਕਦੀ ਆ और एग्जाम्पल्स आ सकती ने, ठीक है। एक लो कहता कि या वो आ सकता है डिफाइन करना आ सकता है, ठीक है स्टूडेंट। सो ये लो जो लॉज ने एग्जामिनेशन पॉइंट ऑफ व्यू तो बहुत इंपॉर्टेंट ने। सो मिलते हैं नैक्सट वीडियो दे विच। गुड बाय, थैंक यू।